ਖਾਲਸਾ ਪੰਥ ਦੇਖੋ ਸਾਡੀ ਕੌਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਨੂੰ ਮੰਨਿਆ ਸੀ 35-36 ਸਾਲ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ 328 ਸਰੂਪ ਹਨ ਉਹ ਕਿੱਥੇ ਹਨ, ਕਿਸ ਨੂੰ ਦਿੱਤੇ ਗਏ, ਇਹ ਜਾਣਨ ਲਈ ਅਤੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਸਜ਼ਾਵਾਂ ਦੇਣ ਵਾਸਤੇ ਇਹ ਮੰਗ ਲੈ ਕੇ ਮੋਰਚਾ ਜਿਹੜਾ ਉਹ ਲੱਗਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ। ਅੱਜ ਇਸ ਮੋਰਚੇ ਨੂੰ 8ਵਾਂ ਦਿਨ ਹੋ ਚੁੱਕਾ ਜੀ, 8ਵਾਂ ਦਿਨ ਚੱਲ ਰਿਹਾ ਆ ਤੇ ਇਹ ਸਾਰੀਆਂ ਸੰਗਤਾਂ ਇੱਥੇ ਬੈਠੀਆਂ। ਇਹ ਸਾਰੀਆਂ ਜਥੇਬੰਦੀਆਂ ਵੱਲੋਂ, ਧਾਰਮਿਕ ਸੱਜਣਾ ਵੱਲੋਂ ਇਹ ਜਿਹੜੇ ਮੋਰਚਾ ਲਾਇਆ ਗਿਆ। ਸੋ ਅੱਜ 8ਵਾਂ ਦਿਨ ਆ। ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਹਮਣੇ ਇਹ ਦਫ਼ਤਰ ਆ। ਇਹ ਮੈਂ ਦੱਸਣਾ ਚਾਹਾਂਗਾ ਕਈ ਵੀਰ ਭੈਣਾਂ ਜਿਹੜੇ ਆ ਉਹ ਦਰਬਾਰ ਸਾਹਿਬ ਆਉਂਦੇ ਆ, ਪਰ ਕਈਆਂ ਨੂੰ ਪਤਾ ਨਹੀਂ ਲੱਗਦਾ ਕਿ ਮੋਰਚਾ ਕਿੱਥੇ ਲੱਗਾ ਹੋਇਆ। ਸੋ ਬਾਹਰੋਂ ਆਣ ਕੇ ਹੀ ਇੱਥੋਂ ਵਾਪਸ ਮੁੜ ਜਾਂਦੇ ਨੇ। ਇਹ ਮੋਰਚਾ ਜੀ ਦੀਵਾਨ ਅਲਮੰਜੀ ਸਾਹਿਬ ਜਿਹੜਾ ਉਧਰ ਦਰਵਾਜ਼ਾ ਪੈਂਦਾ ਗੇਟ ਆ ਉਸ ਸਾਈਡ ਤੇ ਆ। ਇਹ ਤੁਸੀਂ ਸਾਹਮਣੇ ਇਹ ਮੰਜੀ ਹਾਲ ਦਾ ਮੁੱਖ ਗੇਟ ਆ ਇਹ ਸਾਹਮਣੇ, ਤੇ ਇਹ ਸਾਹਮਣੇ ਗੁਰੂ ਰਾਮਦਾਸ ਨਿਵਾਸ ਆ ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਆ। ਸੋ ਇਹਦੇ ਸਾਹਮਣੇ ਹੀ ਇਹ ਮੋਰਚਾ ਚੱਲ ਰਿਹਾ। ਸੋ ਇਸ ਤਰ੍ਹਾਂ ਦਾ ਵੀ ਸੁਣਨ ਵਿੱਚ ਆਇਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਸ ਮਸਲੇ ਨੂੰ ਇਸ ਤਰ੍ਹਾਂ ਕਹਿ ਲਏ ਕਿ ਮਿੱਟੀ ਪਾਉਣ ਵਾਸਤੇ 328 ਸਰੂਪਾਂ ਦੀ ਜਿਹੜੀ ਜਾਣਕਾਰੀ ਮੰਗੀ ਜਾ ਰਹੀ ਆ ਉਹਦੇ ਬਾਬਤ ਉਹਨਾਂ ਵੱਲੋਂ ਕਿਆ ਪਤਾ ਲੱਗ ਰਿਹਾ। ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ 500 ਤੋਂ ਵੀ ਵੱਧ ਲਿਸਟਾਂ ਜਿਹੜੀਆਂ ਆ ਉਹ ਬਹੁਤ ਛੇਤੀ ਜਾਰੀ ਕੀਤੀਆਂ ਜਾ ਰਹੀਆਂ ਕਿ ਇਸ ਪਤੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਏ ਹਨ। ਪਰ ਉਹਨਾਂ ਵੱਲੋਂ ਇਹ ਜਿਹੜਾ ਕੀਤਾ ਜਾ ਰਿਹਾ ਉਹਦੇ ਪਿੱਛੇ ਵੀ ਬੜੀ ਇੱਕ ਚੋਰ ਮੋਰੀ ਰੱਖੀ ਗਈ ਆ ਕਿ ਪਤਾ ਲੱਗਾ ਕਿ 10-10, 20-20 ਇਕੱਠੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਇੱਕ ਪਤੇ ਦੇ ਉੱਤੇ ਹੀ ਦਰਸਾਏ ਜਾ ਰਹੇ ਆ ਕਿ ਜਿਵੇਂ ਕਿਸੇ ਡੇਰੇ ਦੇ ਉੱਤੇ ਭੇਜੇ ਗਏ ਆ ਜਿਹੜੇ ਇਹਨਾਂ ਨਾਲ ਸਹਿਮਤ ਆ ਉਹਨਾਂ ਦਾ ਐਡਰੈਸ ਦਿੱਤਾ ਜਾ ਰਿਹਾ ਆ ਤੇ 500 ਤੋਂ ਵੀ ਵੱਧ ਜਿਹੜੇ ਐਡਰੈਸ ਆ ਉਹ ਨਸ਼ਰ ਕੀਤੇ ਜਾ ਰਹੇ ਆ। ਪਰ ਹੁਣ ਦੇਖਣ ਵਾਲੀ ਗੱਲ ਇਹ ਆ ਕਿਉਂਕਿ ਇਹਨਾਂ ਦੇ ਉੱਤੇ ਹੁਣ ਕਿਸੇ ਨੂੰ ਵਿਸ਼ਵਾਸ ਨਹੀਂ ਆ, ਬੇਭਰੋਸਗੀ ਹੋ ਗਈ ਆ। ਸੋ ਇਹ ਜਿਹੜੇ ਲਿਸਟ ਇਹਨਾਂ ਵੱਲੋਂ ਜਾਰੀ ਕੀਤੀ ਜਾਣੀ ਆ ਇੱਕ ਅੱਧੇ ਦਿਨ ਦੇ ਵਿੱਚ ਫਿਰ ਉਹਦੀ ਪੜਤਾਲ ਕਿਵੇਂ ਹੋ ਸਕਦੀ ਆ, ਕੌਣ ਕਰੇਗਾ ਕਿ ਇਕੱਲੇ ਸਰੂਪ ਨੂੰ ਜਾ ਕੇ ਪ੍ਰਕਾਸ਼ ਕਰਕੇ ਤੇ ਫਿਰ ਚੈੱਕ ਕੀਤਾ ਜਾਵੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਆ ਉਸੇ ਸੀਰੀਅਲ ਨੰਬਰ ਦੇ ਵਿੱਚੋਂ ਆ, ਇਹ ਕਦੋਂ ਦਿੱਤਾ ਗਿਆ ਆ, ਕਿਸ ਨੇ ਮੰਗ ਪੱਤਰ ਦਿੱਤਾ ਸੀ ਤੇ ਕਿੰਨੇ ਭੇਟਾ ਲਈ ਗਈ, ਉਹ ਭੇਟਾ ਕਿਵੇਂ ਜਮ੍ਹਾਂ ਹੋਈ, ਕਿਉਂਕਿ ਕੁਛ ਜਿਹੜੀ ਪੇਮੈਂਟ ਚੈੱਕ ਰਾਹੀਂ ਹੋਈ ਆ ਉਹਦੀਆਂ ਲਿਸਟਾਂ ਜਿਹੜੀਆਂ ਆ ਪਤਾ ਲੱਗਾ ਕਿ ਸ਼੍ਰੋਮਣੀ ਕਮੇਟੀ ਜਾਰੀ ਕਰ ਰਹੀ ਆ ਤਾਂ ਕਿ ਲੋਕਾਂ ਦੇ ਮਨਾਂ ਵਿੱਚੋਂ, ਸੰਗਤ ਦੇ ਮਨਾਂ ਵਿੱਚੋਂ ਇਹ ਜਿਹੜਾ ਭੁਲੇਖਾ ਕੱਢਿਆ ਜਾਵੇ। ਪਰ ਉਹਦੇ ਪਿੱਛੇ ਵੀ ਇੱਕ ਬੇਈਮਾਨੀ ਆ ਕਿਉਂਕਿ ਪਿੰਡਾਂ ਦੇ ਵਿੱਚੋਂ ਜਿੰਨੀ ਸੰਗਤ ਆਉਂਦੀ ਆ ਉਹਨਾਂ ਵੱਲੋਂ ਕੋਈ ਵਿਰਲੀ ਟਾਵਣਾ ਹੀ ਕਮੇਟੀ ਹੋਏਗੀ ਕਿ ਜਿਹੜੀ ਚੈੱਕ ਰਾਹੀਂ ਭੇਟਾ ਦਿੰਦੀ ਆ, ਨਹੀਂ ਤਾਂ ਸਾਰੇ ਹੀ ਨਗਦ ਕੈਸ਼ ਜਿਹੜੀ ਭੇਟਾ ਆ ਉਹੀ ਜਮ੍ਹਾਂ ਕਰਾਈ ਜਾਂਦੀ ਆ। ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣ ਵਾਲੀਆਂ। ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਸੰਗਤ ਬੈਠੀ ਆ, ਬੁਲਾਰੇ ਆਉਂਦੇ ਨੇ, ਜਥੇਬੰਦੀਆਂ ਆਉਂਦੀਆਂ ਆ, ਉਹ ਆਪਣੇ ਵਿਚਾਰ ਰੱਖਦੇ ਆ, ਪਰ ਇਸ ਆਵਾਜ਼ ਨੂੰ ਮੱਧਮ ਕਰਨ ਵਾਸਤੇ, ਦਬਾਉਣ ਵਾਸਤੇ ਕਿ ਸੰਗਤਾਂ ਤੱਕ ਗੱਲ ਜਾਵੇ ਨਾ, ਇਹ ਵਿਚਾਰ ਜਾਵੇ ਨਾ, ਤੇ ਨਾਲ ਹੀ ਬਿਲਕੁਲ ਸਾਹਮਣੇ ਇੱਥੇ ਇੱਕ ਦਫ਼ਤਰ ਦੇ ਸਾਹਮਣੇ ਸਪੀਕਰ ਲਾ ਦਿੱਤਾ ਗਿਆ ਤੇ ਉਹਦੀ ਆਵਾਜ਼ ਵੀ ਕਾਫੀ ਉੱਚੀ ਆ। ਤੁਸੀਂ ਸਰਵਣ ਕਰ ਰਹੇ ਹੋਗੇ, ਇਸ ਵੀਡੀਓ ਦੇ ਵਿੱਚ ਵੀ ਆਵਾਜ਼ ਆ ਰਹੀ ਆ। ਸੋ ਇਸ ਤਰ੍ਹਾਂ ਵੀ ਆਵਾਜ਼ ਨੂੰ ਦਬਾਉਣ ਦੀ ਇਹ ਜਿਹੜੀ ਕੋਸ਼ਿਸ਼ ਆ SGPC ਵੱਲੋਂ ਇਹ ਲਗਾਤਾਰ ਜਾਰੀ ਆ। ਸੋ ਚਾਹੀਦਾ ਤਾਂ ਇਹੀ ਆ ਕਿ
ਇਸ ਮਸਲੇ ਨੂੰ ਜਲਦੀ ਤੋਂ ਜਲਦੀ ਨਿਬੇੜ ਦਿੱਤਾ ਜਾਂਦਾ, ਕਿਉਂਕਿ ਪੰਥ ਦੇ ਵਿੱਚ ਸੰਗਤ ਦੇ ਵਿੱਚ ਜਿਹੜੀ ਆ ਉਹ ਦੁਬਿਧਾ ਨਾ ਬਣਦੀ ਔਰ ਇਸ ਸੰਸਥਾ ਦੇ ਉੱਤੇ ਵੀ ਲੋਕਾਂ ਦਾ ਸੰਗਤ ਦਾ ਭਰੋਸਾ ਬਣਿਆ ਰਹਿੰਦਾ, ਬੇਵਿਸ਼ਵਾਸੀ ਜਿਹੜੀ ਆ ਉਹ ਪੈਦਾ ਨਾ ਹੁੰਦੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਵੀ ਸਿਆਣਾ ਅੱਜ ਕੱਲ੍ਹ ਆਗੂ ਸਾਹਮਣੇ ਨਹੀਂ ਆ ਰਿਹਾ, ਕੋਈ ਵੀ ਵਿਚਾਰ ਕਰਨ ਵਾਲਾ, ਕੋਈ ਰਾਹ ਲੱਭਣ ਵਾਲਾ, ਕੋਈ ਹੱਲ ਦੱਸਣ ਵਾਲਾ ਇਹਨਾਂ ਕੋਲ ਸੁਹਿਰਦ ਸੱਜਣ ਨਹੀਂ ਆ। ਇਸੇ ਕਾਰਨ ਹੀ ਇਹ ਜਿਹੜੀ ਆ ਦੁਬਿਧਾ ਪਾਈ ਜਾ ਰਹੀ ਆ, ਕਿਉਂਕਿ ਇੱਕ ਧੜੇ ਦੇ ਕੋਲ ਇਹ ਸਾਰੀ SGPC ਦਾ ਪ੍ਰਬੰਧ ਆ। ਸੋ ਜਿਵੇਂ ਉਹਨਾਂ ਦੇ ਮਾਲਕ ਉੱਪਰੋਂ ਹੁਕਮ ਕਰਦੇ ਆ, ਉਸੇ ਤਰ੍ਹਾਂ ਹੀ ਅਗਲੇ ਮੁਲਾਜ਼ਮ ਜਿਹੜੇ ਆ SGPC ਦੇ ਮੁਲਾਜ਼ਮ ਜਿਹੜੇ ਆ ਉਹ ਉਸੇ ਤਰ੍ਹਾਂ ਹੀ ਉਹਨੂੰ ਜਾਮਾ ਪਹਿਨਾ ਦਿੰਦੇ ਆ। ਚਾਹੇ ਇੱਥੇ ਇਹ ਸਪੀਕਰ ਲਾਉਣ ਦੀ ਗੱਲ ਆ, ਚਾਹੇ ਪਹਿਲੇ ਦਿਨ ਹੀ ਇਸ ਦਫ਼ਤਰ ਨੂੰ ਜਿੰਨੇ ਰਸਤੇ ਆਉਂਦੇ ਸਨ ਉਹਨਾਂ ਨੂੰ ਬੰਦ ਕਰਨ ਦੀ ਗੱਲ ਸੀ, ਕਿਵੇਂ ਰਾਹ ਰੋਕ ਦਿੱਤਾ ਗਿਆ। ਅੱਜ ਤੱਕ ਕਦੇ ਇਤਿਹਾਸ ਦੇ ਅੰਦਰ ਇਸ ਤਰ੍ਹਾਂ ਨਹੀਂ ਹੋਇਆ ਕਿ ਦੀਵਾਰਾਂ ਖੜੀਆਂ ਕੀਤੀਆਂ ਗਈਆਂ ਹੋਣ, ਪਰ ਇਹਨਾਂ ਵੱਲੋਂ ਦੀਵਾਰਾਂ ਵੀ ਖੜੀਆਂ ਕਰ ਦਿੱਤੀਆਂ ਗਈਆਂ। ਪਰ ਦੇਸ਼ ਵਿਦੇਸ਼ ਦੀ ਸੰਗਤ ਦੇ ਰੋਸ ਦੇ ਕਾਰਨ ਫਿਰ ਦੁਬਾਰਾ ਅਗਲੇ ਦਿਨ ਜਿਹੜਾ ਹੋਇਆ ਇਹਨਾਂ ਨੇ ਉਹ ਦੀਵਾਰਾਂ ਹਟਾ ਦਿੱਤੀਆਂ ਨੇ। ਪਰ ਫਿਰ ਵੀ ਜਿਹੜਾ ਇਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਯਤਨ ਨਹੀਂ ਕੀਤਾ ਜਾ ਰਿਹਾ ਕਿ ਜਿਸ ਦੇ ਨਾਲ ਇਹ ਮਸਲਾ ਹੱਲ ਹੋ ਸਕੇ। ਮੈਂ ਦੁਬਾਰਾ ਫਿਰ ਕਹਿ ਦਿਆਂ ਕਿ ਹੁਣ ਮੈਨੂੰ ਲੱਗਦਾ ਹੈ ਕਿ ਕੋਈ ਵੀ ਸੁਹਿਰਦ ਸੱਜਣ SGPC ਦੇ ਕੋਲ ਨਹੀਂ ਆ ਕਿ ਜਿਹੜਾ ਇਸ ਮਸਲੇ ਨੂੰ ਹੱਲ ਕਰ ਸਕੇ। ਸੋ ਹੁਣ ਖੁਸ਼ਾਮਦੀ ਲੋਕ ਜਿਹੜੇ ਆ ਉਹ ਜ਼ਿਆਦਾ ਆ, ਸਿਆਸੀਕਰਨ ਜ਼ਿਆਦਾ ਹੋਣ ਕਰਕੇ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਸਾਹਮਣੇ ਨਹੀਂ ਆ ਰਿਹਾ। ਸੋ ਸਤਿਗੁਰੂ ਜੀ ਕਿਰਪਾ ਕਰਨ, ਸੰਗਤਾਂ ਨੂੰ ਬਲ ਬਖਸ਼ਣ, ਇਸੇ ਤਰ੍ਹਾਂ ਇਨਸਾਫ ਲੈਣ ਲਈ ਡਟੇ ਰਹਿਣ ਚੜ੍ਹਦੀ ਕਲਾ ਦੇ ਨਾਲ। ਤੇ ਦੂਸਰੇ ਪਾਸੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਮੈਂਬਰ ਸਾਹਿਬਾਨ ਨੇ, ਅੰਤਰਿਮ ਕਮੇਟੀ ਆ ਜਾਂ ਦਫ਼ਤਰੀ ਅਮਲਾ ਹੈ, ਉਹਨਾਂ ਨੂੰ ਵੀ ਮਾਲਕ ਸਮਤ ਬਖਸ਼ੇ ਤਾਂ ਕਿ ਮਸਲਾ ਹੱਲ ਹੋ ਸਕੇ। ਅਤੇ ਨਾਲ ਨਾਲ ਜਿਹੜੇ ਪ੍ਰਚਾਰਕ ਸੱਜਣ ਆ, ਰਾਗੀ ਸੱਜਣ ਆ, ਢਾਡੀ ਆ, ਕਵੀਸ਼ਰ ਆ, ਗ੍ਰੰਥੀ ਸਿੰਘ ਆ, ਸੇਵਾਦਾਰ ਆ, ਪ੍ਰਬੰਧਕ ਕਮੇਟੀਆਂ ਹਨ। ਕਹਿਣ ਤੋਂ ਭਾਵ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾਉਂਦਾ ਹੈ, ਜਿਸ ਦਾ ਇਸ਼ਟ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ, ਉਸ ਦਾ ਵੀ ਫਰਜ਼ ਬਣਦਾ ਹੈ ਕਿ ਇਸ ਮੌਕੇ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਵੇ, ਇਹਨਾਂ ਦੇ ਕੋਲੋਂ ਹਿਸਾਬ ਮੰਗਿਆ ਜਾਵੇ। ਅੱਜ ਦੇਖੋ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਹਨ, ਹਰੇਕ ਪਿੰਡ ਦੇ ਵਿੱਚ ਹੀ 3-3 4-4 ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਕਿੰਨੇ ਉੱਥੇ ਪ੍ਰਬੰਧਕ, ਕਿੰਨੇ ਪ੍ਰਚਾਰਕ ਹਨ, ਕਿੰਨੇ ਰਾਗੀ ਢਾਡੀ ਕੌਮ ਦੇ ਵਿੱਚ ਹਨ। ਇੱਥੇ ਹੀ ਨਾਲ ਹੀ ਦਰਬਾਰ ਸਾਹਿਬ ਦੇ ਅੰਦਰ 18-18 20-20 ਘੰਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਚੌਰ ਹੋ ਰਿਹਾ, ਕੀਰਤਨ ਹੋ ਰਿਹਾ, ਪਰ ਕੋਈ ਵਿਰਲਾ ਟਾਵਾਂ ਹੀ ਉਹਨਾਂ ਸਾਰਿਆਂ ਦੇ ਵਿੱਚੋਂ ਸੱਜਣ ਹੈ ਜਿਹੜਾ ਇਹ ਆਵਾਜ਼ ਉਠਾ ਰਿਹਾ। ਨਹੀਂ ਤਾਂ ਪਤਾ ਨਹੀਂ ਕਿਸ ਮਜਬੂਰੀ ਕਾਰਨ, ਕਿਸ ਡਰ ਕਾਰਨ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਇਸ ਪਾਸੇ ਨਹੀਂ ਆ ਰਹੇ। ਸੋ ਵੱਧ ਤੋਂ ਵੱਧ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਇਸ ਪਾਸੇ ਜ਼ਰੂਰ ਧਿਆਨ ਦੇਣ, ਕਿਉਂਕਿ ਸਭ ਤੋਂ ਮਹੱਤਵਪੂਰਨ ਇਹ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋਰ ਸਾਡੇ ਲਈ ਕੁਛ ਵੀ ਨਹੀਂ ਆ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮੰਨਤੇ, ਟਾਰੀ ਦੇ ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਇਸੇ ਧਰਤੀ ਦੇ ਉੱਤੇ ਹੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਤੇ ਦਰਬਾਰ ਸਾਹਿਬ ਦੇ ਅੰਦਰ ਇਸੇ ਹੀ ਬਾਣੀ ਦਾ ਪ੍ਰਕਾਸ਼ ਕੀਤਾ ਸੀ। ਸੋ ਅੱਜ ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਸ ਬਾਣੀ ਦਾ ਪ੍ਰਚਾਰ ਕਰਨਾ, ਸੰਭਾਲ ਕਰਨੀ, ਤੇ ਉਹਨਾਂ ਨੇ ਹੀ ਇਹ ਕੁਤਾਹੀ ਕੀਤੀ ਆ। ਸੋ ਸੰਗਤਾਂ ਜ਼ਰੂਰ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਤੇ ਇਹਨਾਂ ਦੇ ਕੋਲੋਂ ਇਹ ਜਿਹੜਾ ਇਨਸਾਫ ਹੈ ਜ਼ਰੂਰ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।